ਵਿਜ਼ਟਰ ਵੀਜ਼ੇ ਵਾਸਤੇ ਐਲੀਜੀਬਿਲਟੀ ਕੀ ਨੇ ਤੇ ਕਿੰਨਾ ਕੁ ਔਖਾ ਸੌਖਾ ਹੈ ਯੂਐਸਏ ਘੁੰਮਣਾ। तो यूएसए घूमना कोई ज़्यादा औखा नहीं है, बेशर्ता तुहाडे कोल एक इटनरी प्लान होना चाहिए, तुहाडे कोल एक विजन होना चाहिए कि तुसीं एम्बेसी ऑफिसर नूं की एक्सप्लेन करोगे। जे उन्होंने तुहाडे वल नूं पासपोर्ट तकता तो समझ लो कि रिफ्यूजल है, तो अपने वाल ले लिया तो समझ लो वीज़ा है। सो एम्बेसी ने पहले डिसाइड किया होंदा कि ये बंदे नूं असीं वीज़ा देना या रिफ्यूजल देना बेस्ड ऑन द एप्लीकेशन फॉर्म जिहड़ा आपां भरिया होया। कहते यूएस वास्ते तो ना जी 10-10 महीने 12-12 महीने लंबी लाइन लगी हुई है, जो तुसीं वीज़ा अप्लाई करना है तो तुहानूं जो रिजल्ट है उसका 1 साल उड़ीकना पैना। ये गल कितनी सच है ਭਾਜੀ? ਜੇ ਆਪਾਂ ਸਟੂਡੈਂਟ ਵੀਜ਼ੇ ਦੀ ਗੱਲ ਕਰਦੇ ਹਾਂ ਤੇ ਇਹ ਗੱਲ ਬਿਲਕੁਲ ਵੀ ਸੱਚ ਨਹੀਂ ਹੈਗੀ। ਸਾਡੇ ਹੁਣੇ ਰੀਸੈਂਟਲੀ ਕੁਝ 10 ਸਟੂਡੈਂਟਸ ਇਦਾਂ ਦੇ ਸੀਗੇ ਜਿਨ੍ਹਾਂ ਨੂੰ ਸਿਰਫ 2-2 3 ਦੇ ਗੈਪ ਦੇ ਉੱਤੇ ਇੰਟਰਵਿਊਜ਼ ਦੀ ਸਲੋਟ ਮਿਲੀ ਯੂਐਸ ਦੀਆਂ ਸਟੂਡੈਂਟ ਵੀਜ਼ੇ ਵਿੱਚ ਸਿਰਫ 2 ਤੋਂ 4 ਦਿਨ ਦੇ ਗੈਪ ਵਿੱਚ। ਗੱਲ ਕਰਦੇ ਹਾਂ ਕੈਨੇਡਾ ਦੀ ਤੇ ਅਪਰੋਕਸੀਮੇਟਲੀ 3 ਤੋਂ 6 ਮਹੀਨੇ ਪੁਰਾਣੇ ਫੰਡਸ ਲਾਈਕ ਹੋਣੇ ਚਾਹੀਦੇ ਨੇ। ਬਟ ਇਫ ਇਨ ਕੇਸ ਕੋਈ ਸਾਡੇ ਕੋਲ ਕਲਾਇੰਟ ਹੈ ਜਿਹੜਾ ਉਹ ਕਹਿੰਦਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਜੀ ਬਟ ਸਟਿਲ ਮੈਂ ਆਪਣੇ ਲਾਈਕ ਡਾਟਰ ਕੋ ਜਾਂ ਸਨ ਕੋ ਜਾਣਾ ਹੈ, ਸੋ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਵਿਦਆਊਟ ਫੰਡਿੰਗ ਵੀ ਗਵਰਨਮੈਂਟ ਵੀਜ਼ਾ ਦਿੰਦੀ ਹੈ। ਇਨਵੀਟੇਸ਼ਨ ਮੈਜੋਰਿਟੀ ਆਉਂਦਾ ਹੈ ਜਾਂ ਉਹ ਦਸੰਬਰ ਦੇ ਵਿੱਚ ਜਿਹਨੂੰ ਆਪਾਂ ਕ੍ਰਿਸਮਸ ਕਹਿੰਦੇ ਨਿਊ ਈਅਰ ਕਹਿੰਦੇ ਆ ਉਹਦੇ ਬੇਸਿਸ ਤੇ, ਜਾਂ ਕਿਸੇ ਦੀ ਉੱਥੇ ਬਰਥਡੇ ਹੈ ਜਾਂ ਕਿਸੇ ਦੀ ਉੱਥੇ ਡੈਥ ਸੈਰੇਮਨੀ ਹੈ। ਡੈਥ ਸੈਰੇਮਨੀਜ਼ ਦੇ ਵਿੱਚ ਐਮਰਜੈਂਸੀ ਵੀਜ਼ਾ ਗਵਰਨਮੈਂਟ ਦਿੰਦੀ ਆ, ਔਨ ਦ ਸਪੌਟ ਤੁਹਾਡੀ ਇੰਟਰਵਿਊ ਲਈ ਜਾਂਦੀ ਆ, ਤੁਹਾਨੂੰ ਔਨ ਦ ਸਪੌਟ ਵੀਜ਼ਾ ਗ੍ਰਾਂਟ ਕੀਤੇ ਜਾਂਦਾ। ਔਨ ਦ ਸਪੌਟ ਹੀ ਉਹ ਚਾਹੁੰਦੇ ਨੇ ਕਿ ਤੁਸੀਂ ਟਿਕਟ ਲਓ, ਰਾਈਟ ਅਵੇ ਅਪਲਾਈ ਕਰ। ਜੇ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ, ਉੱਥੇ ਆਪਣੀ ਜਿਹੜੀ ਇਨਵੀਟੇਸ਼ਨ ਆ ਉਹ ਆਪਾਂ ਫਰੈਂਡਸ ਦੇ ਰਾਹੀਂ ਵੀ ਮੰਗਾ ਸਕਦੇ ਹਾਂ। ਬਾਹਰ ਜਾਣ ਦਾ ਸੁਪਨਾ ਤਾਂ ਆਪਾਂ ਸਾਰੇ ਹੀ ਸੰਜੋ ਕੇ ਬੈਠਦੇ ਹਾਂ, ਫਿਰ ਉਹ ਚਾਹੇ यूएसए होवे, कैनेडा होवे, यूरोप होवे ਜਾਂ ਹੋਵੇ ਆਸਟ੍ਰੇਲੀਆ। ਜੀ ਹਾਂ, ਅੱਜ ਆਪਾਂ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਐਕਸਪਰਟ, ਜੀ ਹਾਂ ਪਾਥਵੇ ਇਮੀਗ੍ਰੇਸ਼ਨ ਤੋਂ ਸਾਡੇ ਕੋਲ ਮੌਜੂਦ ਨੇ ਪਾਰਸ ਮਨੋਤਰਾ ਜੀ। ਪਾਰਸ ਜੀ ਸਤਿ ਸ਼੍ਰੀ ਅਕਾਲ, ਨਮਸਕਾਰ। ਸਤਿ ਸ਼੍ਰੀ ਅਕਾਲ। ਤੇ ਦਰਸ਼ਕ ਅੱਜ ਤੁਹਾਨੂੰ ਦੇਖ ਰਹੇ ਆ, ਅੱਜ ਆਪਾਂ ਗੱਲਾਂ ਨਾ ਸਟੂਡੈਂਟ ਵੀਜ਼ੇ ਦੀ ਘੱਟ ਕਰਨੀ ਆ, ਪਹਿਲਾਂ ਆਪਾਂ ਕਰਨੀ ਆ ਵਿਜ਼ਟਰ ਵੀਜ਼ੇ ਦੀ ਗੱਲਾਂ। ਠੀਕ ਹੈ। ਮੌਸਮ ਹੌਲੀ ਹੌਲੀ ਹੁਣ ਠੰਡਾ ਹੋਣਾ ਸ਼ੁਰੂ ਹੋ ਜਾਣਾ ਹੈ, ਤਿਉਹਾਰਾਂ ਦਾ ਸੀਜ਼ਨ ਆ ਜਾਣਾ ਹੈ ਤੇ ਨਵਾਂ ਸਾਲ ਕਹਿੰਦੇ ਨੇ ਹੈਪੀ ਨਿਊ ਈਅਰ। ਤੇ ਉਹ ਮੌਕੇ ਤੇ ਫਿਰ ਯੂਐਸਏ, ਕੈਨੇਡਾ ਜਾਂ ਆਸਟ੍ਰੇਲੀਆ ਇਹੋ ਜਿਹੇ ਕੰਟਰੀਆਂ ਨੂੰ ਘੁੰਮਣ ਨੂੰ ਲੋਕਾਂ ਦਾ ਬੜਾ ਦਿਲ ਕਰਦਾ ਹੈ। ਪਰ ਆਪਾਂ ਘੁੰਮਣ ਦੀ ਗੱਲਾਂ ਕਰਦੇ ਹਾਂ, ਗੱਲ ਕਰਦੇ ਹਾਂ ਵਿਜ਼ਟਰ ਵੀਜ਼ੇ ਦੀ। ਪਹਿਲਾਂ ਸਟਾਰਟ ਕਰਾਂਗੇ ਆਪਾਂ ਯੂਐਸਏ ਤੋਂ। ਉਹਦੇ ਵਾਸਤੇ ਵਿਜ਼ਟਰ ਵੀਜ਼ੇ ਵਾਸਤੇ ਐਲੀਜੀਬਿਲਟੀ ਕੀ ਨੇ ਤੇ ਕਿੰਨਾ ਕੁ ਔਖਾ ਸੌਖਾ ਹੈ ਯੂਐਸਏ ਘੁੰਮਣਾ? ਭਾਜੀ ਸਭ ਤੋਂ ਪਹਿਲਾਂ ਤਾਂ ਯੂਐਸਏ ਦੀ ਜੇ ਆਪਾਂ ਗੱਲ ਕਰੀਏ ਤੇ ਪੰਜਾਬੀ ਲਈ ਸਭ ਤੋਂ ਟੌਪ ਫੇਵਰੇਟ ਜਿਹੜੀ ਕੰਟਰੀ ਆ ਯੂਐਸਏ ਹੈ ਜੀ। ਸੋ ਯੂਐਸਏ ਘੁੰਮਣਾ ਕੋਈ ਜ਼ਿਆਦਾ ਔਖਾ ਨਹੀਂ ਹੈ, ਬੇਸ਼ਰਤਾ ਤੁਹਾਡੇ ਕੋਲ ਇੱਕ ਇਟਨਰੀ ਪਲਾਨ ਹੋਣਾ ਚਾਹੀਦਾ, ਤੁਹਾਡੇ ਕੋਲ ਇੱਕ ਵਿਜ਼ਨ ਹੋਣਾ ਚਾਹੀਦਾ ਕਿ ਤੁਸੀਂ ਐਮਬੈਸੀ ਆਫੀਸਰ ਨੂੰ ਕੀ ਐਕਸਪਲੇਨ ਕਰੋਗੇ ਜੇ ਤੁਹਾਨੂੰ ਕੁਐਸਚਨ ਪੁੱਛੇ। ਮੇਨ ਰੀਜ਼ਨ ਇਹ ਹੈ ਕਿਉਂਕਿ ਯੂਐਸ ਵੀਜ਼ਾ ਹਮੇਸ਼ਾ ਇੰਟਰਵਿਊ ਬੇਸਡ ਹੁੰਦਾ ਹੈ। ਇੰਟਰਵਿਊ ਬੇਸਡ, ਠੀਕ ਹੈ। ਉਹਦੇ ਕਰਕੇ ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਬੜੀ ਅਟਮੋਸਟ ਇੰਪੋਰਟੈਂਸ ਰੱਖਦੀ ਹੈ ਉੱਥੇ। ਠੀਕ ਹੈ ਜੀ। ਉਹਦੇ ਵਿੱਚ ਇਟਨਰੀ ਵਿੱਚ ਆਪਾਂ ਨੂੰ ਕੀ ਦੇਖਣਾ ਪੈਣਾ ਹੈ? ਆਪਾਂ ਨੂੰ ਜਿਵੇਂ ਫਲਾਈਟ ਆਪਣੇ ਰਿਜ਼ਰਵੇਸ਼ਨ ਜਿਹੜੀ ਹੁੰਦੀ ਹੈ ਉਹ ਦਿਖਾਣੀ ਪੈਣੀ ਹੈ, ਜਿਹੜੀ ਹੋਟਲ ਬੁਕਿੰਗਸ ਨੇ ਉਹ ਦਿਖਾਣੀ ਪੈਣੀਆਂ ਨੇ। ਥੋੜਾ ਦਰਸ਼ਕਾਂ ਨੂੰ ਅੱਜ ਪੁਆਇੰਟ ਕਲੀਅਰ ਕਰੋ। ਭਾਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕਹਾਂਗੇ ਕਿ ਪੰਜਾਬੀ ਇੰਟਰਵਿਊ ਦੇਣ ਤੋਂ ਡਰਦੇ ਨੇ, ਬਟ ਯੂਐਸਏ ਐਮਬੈਸੀ ਦਾ ਸਭ ਤੋਂ ਵੱਡਾ ਇੱਕ ਪੁਆਇੰਟ ਹੈ ਉਹ ਇਹ ਹੈ ਕਿ ਐਮਬੈਸੀ ਹਮੇਸ਼ਾ ਡਿਸੀਜਨ ਲੈਣ ਤੋਂ ਪਹਿਲਾਂ 3 ਦਿਨ ਪ੍ਰਾਇਰ ਤੁਹਾਡਾ ਰਿਜ਼ਲਟ ਡਿਕਲੇਅਰ ਕਰ ਦਿੰਦੀ ਹੈ। ਠੀਕ ਹੈ। ਤੇ ਉਹ 3 ਦਿਨ ਤੋਂ ਪਹਿਲਾਂ ਹੀ ਤੁਹਾਡਾ ਰਿਜ਼ਲਟ ਲੈ ਕੇ ਬੈਠਦੀ ਹੈ। ਤੁਸੀਂ ਜਾਂਦੇ ਹੋ, 1 ਮਿੰਟ ਖੜਦੇ ਹੋ ਤੇ ਬਸ ਅਗਲੇ ਮਿੰਟ ਇਹ ਕਹਿੰਦੇ ਹੋ ਜੀ ਵੀਜ਼ਾ ਲੱਗ ਗਿਆ ਜਾਂ ਰਿਫਿਊਜ਼ਲ ਲੱਗ ਗਿਆ। ਜੇ ਉਹਨਾਂ ਨੇ ਤੁਹਾਡੇ ਵੱਲ ਨੂੰ ਪਾਸਪੋਰਟ ਤੱਕਦਾ ਤੇ ਸਮਝ ਲਓ ਕਿ ਰਿਫਿਊਜ਼ਲ ਹੈ, ਤਾਂ ਆਪਣੇ ਵੱਲ ਲੈ ਲਿਆ ਤੇ ਸਮਝ ਲਓ ਵੀਜ਼ਾ ਹੈ। ਸੋ ਐਮਬੈਸੀ ਨੇ ਪਹਿਲਾਂ ਹੀ ਡਿਸਾਈਡ ਕੀਤਾ ਹੁੰਦਾ ਕਿ ਇਹ ਬੰਦੇ ਨੂੰ ਅਸੀਂ ਵੀਜ਼ਾ ਦੇਣਾ ਜਾਂ ਰਿਫਿਊਜ਼ਲ ਦੇਣਾ ਬੇਸਡ ਔਨ ਦਾ ਐਪਲੀਕੇਸ਼ਨ ਫਾਰਮ ਜਿਹੜਾ ਆਪਾਂ ਭਰਿਆ ਹੁੰਦਾ। ਬਿਲਕੁਲ ਠੀਕ ਹੈ। ਪਲੱਸ ਹੁਣ ਜੇ ਇਟਨਰੀ ਦੀ ਗੱਲ ਭਾਜੀ ਆਪਾਂ ਕਰਦੇ ਹਾਂ, ਇਟਨਰੀ ਬਹੁਤ ਜ਼ਿਆਦਾ ਯੂਨੀਕ ਹੋਣੀ ਚਾਹੀਦੀ ਹੈ। ਜੇ ਬੱਚਿਆਂ ਨਾਲ ਜਾ ਰਹੇ ਹੋ, ਜਿਵੇਂ ਫੋਰ ਐਗਜ਼ਾਮਪਲ ਡਿਜ਼ਨੀਲੈਂਡ ਹੋਣਾ ਚਾਹੀਦਾ ਵਿੱਚ ਉਹਦੇ। ਜੇ ਤੁਸੀਂ ਇਕੱਲੇ ਜਾ ਰਹੇ ਹੋ ਤਾਂ ਉਸ ਹਿਸਾਬ ਨਾਲ ਤੁਸੀਂ ਦੇਖਣਾ ਕਿ ਤੁਸੀਂ ਅਮਿਊਜ਼ਮੈਂਟ ਪਾਰਕ ਦੇਖਣੇ ਆ ਜਾਂ ਮਿਊਜ਼ੀਅਮਸ ਦੇਖਣੇ ਆ, ਆਰਟ ਗੈਲਰੀਜ਼ ਦੇਖਣੀਆਂ। ਠੀਕ ਹੈ। ਸੋ ਇਹ ਡਿਪੈਂਡ ਕਰਦਾ ਕਿ ਇਟਨਰੀ ਤੁਹਾਡੀ ਪ੍ਰੈਜੈਂਟੇਸ਼ਨ ਕਿੰਨੀ ਕੁ ਇੰਪੋਰਟੈਂਟ ਹੈ। ਬਿਲਕੁਲ ਠੀਕ। ਤੇ ਯੂਐਸਏ ਯਾਨੀ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਤਕਰੀਬਨ 52 ਸਟੇਟਸ ਇਕੱਠੇ ਹੋ ਕੇ ਯੂਐਸਏ ਨੂੰ ਬਣਾਉਂਦੇ ਆ। ਤੇ ਜਿਹੜੇ ਵਿਜ਼ਟਰ ਤੇ ਲੋਕ ਜਾਣਾ ਚਾਹੁੰਦੇ ਨੇ ਉਹਨਾਂ ਦੀ ਜਿਹੜੀ ਪ੍ਰੈਫਰੈਂਸਿਸ ਨੇ ਉਹ ਕਿਹੜੇ ਸਟੇਟਸ ਯੂਐਸ ਦੇ ਹੋਣੇ ਚਾਹੀਦੇ ਆ? ਭਾਜੀ ਸਭ ਤੋਂ ਪਹਿਲਾਂ ਜੋ ਮੋਸਟ ਇੰਪੋਰਟੈਂਟ ਗੱਲ ਇਹ ਹੈ ਕਿ ਪ੍ਰੈਫਰੈਂਸਿਸ ਨੂੰ ਅਗਰ ਆਪਾਂ ਪਿੱਛੇ ਰੱਖਦੇ ਹਾਂ, ਆਪਾਂ ਜੇ
ਘੁੰਮਣ ਚੱਲੇ ਆ ਤੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਪੁਆਇੰਟ ਹੋਵੇ ਘੁੰਮਣ ਵਾਲਾ ਹੀ ਹੋਵੇ। ਠੀਕ ਹੈ। ਸਰਕਾਰ ਨੂੰ ਇਹ ਲੱਗਣਾ ਚਾਹੀਦਾ ਹੈ ਕਿ ਤੁਸੀਂ ਲੈਜੀਟੀਮੇਟ ਵਿਜ਼ਟਰ ਹੋ, ਤੁਸੀਂ ਇੱਕ ਚੰਗੇ ਵਿਜ਼ਟਰ ਹੋ, ਉੱਥੇ ਆ ਰਹੇ ਹੋ, ਉੱਥੇ ਪੈਸਾ ਖਰਚ ਰਹੇ ਹੋ, ਪੈਸਾ ਦਿਖਾ ਰਹੇ ਹੋ, ਉਹਨਾਂ ਦੇ ਹਿਸਾਬ ਨਾਲ ਸਾਰਾ ਕੁਝ, ਉਹਨਾਂ ਦੀ ਚੈੱਕਲਿਸਟ ਦੇ ਹਿਸਾਬ ਨਾਲ ਸਾਰਾ ਕੁਝ ਠੀਕ ਹੋਣਾ ਚਾਹੀਦਾ। ਗੱਲ ਪੈਸੇ ਦੀ ਹੋ ਰਹੀ ਹੈ ਤੇ ਪੈਸੇ ਕਿੰਨੇ ਕੁ ਸ਼ੋਅ ਕਰਨੇ ਪੈਂਦੇ ਨੇ, ਕਿਉਂਕਿ ਲੋਕਾਂ ਨੂੰ ਵਹਿਮ ਬੜਾ ਹੈ ਅਮਰੀਕਾ ਜਾਣਾ ਜੀ 3-4 ਲੱਖ ਘੁੰਮਣ ਤੇ ਲੱਗ ਜਾਂਦਾ ਹੈ, ਜੇ 15-20 ਦਿਨ ਵੀ ਲਾਉਣੇ ਆ ਤੇ ਉਹ ਇਟਨਰੀ ਕਿਵੇਂ ਕੁ ਬਣਨੀ ਚਾਹੀਦੀ ਹੈ, ਇਹ ਵੀ ਨਾਲ ਪੁਆਇੰਟ ਹੈ। ਤੇ ਦੂਜੀ ਗੱਲ ਹੈ ਜਿਹੜੇ ਲਿਕੁਇਡ ਫੰਡਸ ਨੇ ਉਹ ਤੁਹਾਡੇ ਕੋਲ ਕਿੰਨੇ ਕੁ ਪੁਰਾਣੇ ਹੋਣ, ਉਹਦੇ ਬਾਰੇ ਜਾਣਕਾਰੀ ਦੱਸੋ। ਭਾਜੀ USA ਦਾ ਸਭ ਤੋਂ ਅੱਛਾ ਤੇ ਟੌਪ ਮੋਸਟ ਪੁਆਇੰਟ ਇਹ ਹੈ ਕਿ ਚਾਹੇ ਤੁਸੀਂ ਐਗਰੀਕਲਚਰਿਸਟ ਹੋ, ਚਾਹੇ ਤੁਸੀਂ ਬੈਂਕਰ ਹੋ, ਚਾਹੇ ਤੁਸੀਂ ਕੁਝ ਵੀ ਹੋ, ਚਾਹੇ ਤੁਸੀਂ ਬਿਜ਼ਨਸ ਕਰਦੇ ਪਏ ਹੋ, ਕੋਈ ਵੀ ਪ੍ਰੋਫੈਸ਼ਨ ਹੋਵੇ ਤੁਹਾਡਾ, ਬੇਸ਼ਰਤਾ ਤੁਹਾਡੇ ਕੋਲ 1 ਦਿਨ ਪੁਰਾਣਾ ਫੰਡ ਹੋਣਾ ਚਾਹੀਦਾ ਤੁਹਾਡੇ। ਬਸ 1 ਦਿਨ ਪੁਰਾਣਾ? ਹਾਂਜੀ, ਵਾਹ ਜੀ ਵਾਹ। 1 ਦਿਨ ਪੁਰਾਣਾ ਫੰਡ ਹੋਣਾ ਚਾਹੀਦਾ ਤੁਹਾਡੇ ਖਾਤੇ ਦੇ ਵਿੱਚ। ਸਰਕਾਰ ਨੂੰ ਸਿਰਫ ਇੱਕੋ ਹੀ ਪੁਆਇੰਟ ਹੈ ਕਿ ਜਿਹੜੇ ਤੁਹਾਡੇ ਪੈਸੇ ਨੇ ਉਹ ਤੁਸੀਂ ਉਹਨੂੰ ਯੂਟਿਲਾਈਜੇਸ਼ਨ ਕਿਸ ਹਿਸਾਬ ਨਾਲ ਕਰ ਰਹੇ ਹੋ। ਤੁਹਾਡੇ ਕੋਲ ਟਿਕਟ ਦੇ ਪੈਸੇ ਕਿੰਨੇ ਆ, ਉੱਥੇ ਹੋਟਲ ਰਿਜ਼ਰਵੇਸ਼ਨ ਕੀਤੀ ਆ ਤੇ ਉਹ ਕਿੰਨੇ ਦਿਨ ਦੀ ਕੀਤੀ ਆ, ਉਹਦੇ ਪੈਸਿਆਂ ਦੇ ਹਿਸਾਬ ਨਾਲ ਤੁਹਾਡੇ ਕੋਲ ਕਿੰਨੇ ਪੈਸੇ ਨੇ, ਪਲੱਸ ਤੁਸੀਂ ਉੱਥੇ ਖਰਚੋਗੇ ਕੀ, ਉਹਨਾਂ ਦੀ ਇਕਨੋਮੀ ਨੂੰ ਸਪੋਰਟ ਕਿਵੇਂ ਕਰੋਗੇ, ਉਹ ਬਹੁਤ ਜ਼ਰੂਰੀ ਹੈ ਭਾਜੀ। ਠੀਕ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਹੀ USA ਹਮੇਸ਼ਾ ਤੁਹਾਨੂੰ ਵੀਜ਼ਾ ਦਿੰਦੀ ਹੈ। ਠੀਕ ਹੈ। ਤੇ ਜੇ ਆਪਾਂ ਗੱਲ ਕਰੀਏ ਕੈਨੇਡਾ ਦੇ ਵਿੱਚ ਇਹ ਇੰਟਰਵਿਊ ਬੇਸਡ ਵੀਜ਼ਾ ਨਹੀਂ ਹੁੰਦਾ, ਇਹ ਪੂਰਾ ਫਾਈਲਿੰਗ ਬੇਸਡ ਵੀਜ਼ਾ ਹੈ। ਲੇਕਿਨ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਫੰਡਸ ਕਿੰਨੇ ਚਾਹੀਦੇ ਨੇ, ਉਸ ਤੋਂ ਬਾਅਦ ਜਿਹੜੀ ਇਨਵੀਟੇਸ਼ਨ ਹੈਗੀ ਹੈ ਉਹ ਤੁਹਾਡਾ ਬਲੱਡ ਰਿਲੇਸ਼ਨ ਹੀ ਹੋਵੇ ਕਿ ਉਹ ਕਜ਼ਨ ਵੀ ਕਰ ਸਕਦਾ? ਭਾਜੀ ਸਭ ਤੋਂ ਪਹਿਲਾਂ ਤਾਂ ਅਗਰ ਲਾਈਕ ਕੈਨੇਡਾ ਦੀ ਗੱਲ ਕਰਦੇ ਆ, ਇੱਕੋ ਹੀ ਚੀਜ਼ ਇੰਪੋਰਟੈਂਟ ਹੈ, ਚਾਹੇ ਵੈਸੇ USA ਹੈ, ਚਾਹੇ ਕੈਨੇਡਾ ਹੈ, ਚਾਹੇ ਆਸਟ੍ਰੇਲੀਆ, ਕੋਈ ਵੀ G10 ਕੰਟਰੀਜ਼ ਨੇ, ਟੌਪ ਦੀਆਂ ਜਿਹੜੀਆਂ ਕੰਟਰੀਜ਼ ਨੇ, ਉੱਥੇ ਆਪਾਂ ਇਨਵੀਟੇਸ਼ਨ ਜਿਹੜੀ ਆਪਾਂ ਉਧਰੋਂ ਮੰਗਾਈ ਹੈ, ਪਲੱਸ ਜਿਹੜੀ ਆਪਾਂ ਇੱਥੇ ਪ੍ਰੈਜੈਂਟੇਸ਼ਨ ਕਰ ਰਹੇ ਹਾਂ, ਹਮੇਸ਼ਾ ਇਹ ਕਿਹਾ ਜਾਂਦਾ ਹੈ ਸਾਡੇ ਜਿਹੜੇ ਉਧਰੋਂ ਕਲਾਇੰਟਸ ਨੇ, ਕੈਨੇਡਾ ਦੇ, USA ਦੇ ਕਲਾਇੰਟਸ ਨੇ, ਕਿ ਸਾਡੀ ਫਾਈਲ ਮਜ਼ਬੂਤ ਹੈ ਜੀ। ਤੁਹਾਡੀ ਫਾਈਲ ਮਜ਼ਬੂਤ ਉਦੋਂ ਹੀ ਹੈ ਜਦੋਂ ਤੁਸੀਂ ਉਧਰ ਪਹੁੰਚ ਗਏ ਹੋ, ਉਹ ਹੋ ਚੁੱਕੀ ਹੈ ਮਜ਼ਬੂਤ। ਹੁਣ ਇੱਧਰਲੇ ਬੰਦੇ ਦੀ ਫਾਈਲ ਦੇਖੀ ਜਾਊਗੀ ਬਿਕੋਜ਼ ਉਹਨੇ ਇੱਧਰੋਂ ਟਰੈਵਲ ਕਰਨਾ, ਉਹਦੀ ਕਵਰਿੰਗ ਲੈਟਰ, ਉਹਦਾ ਸਟੇਟਮੈਂਟ ਆਫ ਪਰਪਸ, ਉਹਦੀ ਇੰਡੈਕਸ ਐਂਡ ਉਹਦਾ ਐਪੀਲੌਗ, ਕੁਝ 4-5 ਚੀਜ਼ਾਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿਹਦੇ ਵਿੱਚ ਤੁਸੀਂ ਦੱਸ ਪਾਓ ਸਰਕਾਰ ਨੂੰ ਵੀ ਤੁਹਾਡਾ ਉੱਥੇ ਜਾਣ ਦਾ ਰੀਜ਼ਨ ਕੀ ਹੈ, ਉੱਥੋਂ ਵਾਪਸ ਆਉਣ ਦਾ ਰੀਜ਼ਨ ਕੀ ਹੈ। ਬਿਲਕੁਲ, ਤੁਹਾਡੇ ਆਪਣੇ ਜਿਹੜੀ ਤੁਹਾਡੀ ਓਰੀਜਨ ਕੰਟਰੀ ਹੈਗੀ ਇੰਡੀਆ, ਤੁਹਾਡੇ ਉੱਥੇ ਗਰਾਊਂਡਸ ਕਿੰਨੇ ਸਟਰੋਂਗ ਨੇ। ਠੀਕ ਹੈ। ਤੇ ਜੇ ਆਪਾਂ ਗੱਲ ਕਰਦੇ ਹਾਂ ਜਿਹੜਾ ਲਿਕੁਇਡ ਜਿਹੜੇ ਸਟੇਟਮੈਂਟ ਦੀ ਗੱਲ ਕਰੀਏ, ਕਿੰਨੇ ਕੁ ਮਹੀਨੇ ਪੁਰਾਣੇ ਤੁਹਾਡੇ ਬੈਂਕ 'ਚ ਪੈਸੇ ਹੋਣੇ ਚਾਹੀਦੇ ਨੇ ਤੇ ਤਕਰੀਬਨ ਕਿੰਨੇ ਕੁ ਹੋਣੇ ਚਾਹੀਦੇ ਨੇ? ਭਾਜੀ ਜੇ ਲਾਈਕ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੀ, ਤੇ ਅਪਰੋਕਸੀਮੇਟਲੀ 3 ਤੋਂ 6 ਮਹੀਨੇ ਪੁਰਾਣੇ ਫੰਡਸ ਲਾਈਕ ਹੋਣੇ ਚਾਹੀਦੇ ਨੇ। ਬਟ ਇਫ ਇਨ ਕੇਸ ਕੋਈ ਸਾਡੇ ਕੋਲ ਕਲਾਇੰਟ ਹੈ ਜਿਹੜਾ ਉਹ ਕਹਿੰਦਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਜੀ, ਬਟ ਸਟਿਲ ਮੈਂ ਆਪਣੇ ਲਾਈਕ ਡਾਟਰ ਕੋ ਜਾਂ ਸਨ ਕੋ ਜਾਣਾ ਹੈ, ਸੋ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਵਿਦਆਊਟ ਫੰਡਿੰਗ ਵੀ ਗਵਰਨਮੈਂਟ ਵੀਜ਼ਾ ਦਿੰਦੀ ਹੈ। ਅਸੀਂ ਇਹ ਚੀਜ਼ਾਂ ਆਪਣੇ ਤੁਸੀਂ ਸਾਡੇ ਕੋਲ ਜਦੋਂ ਆਓਗੇ ਅਸੀਂ ਤੁਹਾਨੂੰ ਇਹ ਦਿਖਾਵਾਂਗੇ ਕਿ ਵਿਦਆਊਟ ਫੰਡਸ ਵੀ ਤੁਸੀਂ ਜਾ ਸਕਦੇ ਹੋ, ਬੇਸ਼ਰਤਾ ਤੁਹਾਡੀ ਫਾਈਲ ਅੰਬੈਸੀ ਨੂੰ ਸਮਝ ਆਣੀ ਚਾਹੀਦੀ ਹੈ। ਅੰਬੈਸੀ ਕੋਲ ਜੇ ਆਪਾਂ ਕਹਾਂਗੇ ਬਿਲਕੁਲ ਟਾਈਮ ਨਹੀਂ ਹੈਗਾ ਤੁਹਾਡੀ ਫਾਈਲ ਦੇਖਣ ਦਾ, ਅੰਬੈਸੀ ਕੋਲ ਜੀ ਬਹੁਤ ਜ਼ਿਆਦਾ ਟਾਈਮ ਹੈ। ਉਹ ਤੁਹਾਡੀ ਫਾਈਲ ਪ੍ਰੋਪਰਲੀ ਦੇਖਦੀ ਆ, ਪੜ੍ਹਦੀ ਆ, ਫਿਰ ਡਿਸੀਜਨ ਤੇ ਆਉਂਦੀ ਆ ਕਿ ਉਹਨਾਂ ਨੇ ਤੁਹਾਨੂੰ ਵੀਜ਼ਾ ਦੇਣਾ ਜਾਂ ਉਹਨਾਂ ਨੇ ਤੁਹਾਨੂੰ ਰਿਫਿਊਜ਼ ਦੇਣਾ। ਸੋ ਦਰਸ਼ਕੋ, ਇਹ ਬਹੁਤ ਵੱਡੀ ਗੱਲ ਪਾਰਸ ਮਲਹੋਤਰਾ ਦੱਸ ਰਹੇ ਆ, ਕਿਉਂਕਿ ਕਈ ਵਾਰ ਆਪਾਂ ਆਮ ਸੁਣਦੇ ਆ ਕਿ ਜੀ 7-8-10 ਲੱਖ ਰੁਪਇਆ ਹੋਣਾ ਚਾਹੀਦਾ ਹੈ, ਮੇਰੇ ਕੋਲ ਤਾਂ 20-25 ਲੱਖ ਰੁਪਇਆ ਸੀ ਖਾਤਿਆਂ 'ਚ, ਤਾਂ ਵੀ ਮੇਰਾ ਕੈਨੇਡਾ ਨੇ ਅੰਬੈਸੀ ਨੇ ਵੀਜ਼ਾ ਰਿਫਿਊਜ਼ ਕਰਤਾ। ਤਾਂ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਤੁਹਾਡੇ ਫਾਈਲ ਦੀ ਵੇਟੇਜ ਕਿੰਨੀ ਹੈ, ਤੁਹਾਡੇ ਫਾਈਲ ਦੇ ਵਿੱਚ ਵਜਨ ਕਿੰਨਾ ਹੈ, ਤੁਸੀਂ ਜੈਨੂਨ ਕਿੰਨੇ ਕੋ, ਤੇ ਅੰਬੈਸੀ ਨੂੰ ਇਹ ਲੱਗੇ ਵੀ ਤੁਸੀਂ ਉਹਨਾਂ ਨੂੰ ਫਰਾਡ ਨਹੀਂ ਕਰ ਰਹੇ, ਉਹਨਾਂ ਨੂੰ ਬੇਵਕੂਫ ਨਹੀਂ ਬਣਾ ਰਹੇ ਹੋ, ਤੇ ਤੁਹਾਡੇ ਜਿਹੜੇ ਤੁਹਾਡੇ ਇੰਡੀਆ ਦੇ ਵਿੱਚ ਤੁਹਾਡੇ ਗਰਾਊਂਡਸ ਨੇ ਉਹ ਕਿੰਨੇ ਸਟਰੋਂਗ ਨੇ। ਤੇ ਨਾਲ ਨਾਲ ਆਪਾਂ ਗੱਲ ਕਰਦੇ ਬੜੀ ਪਿਆਰੀ ਹੋਰ ਕੰਟਰੀ ਕਹਿ ਲਓ, ਕੰਟੀਨੈਂਟ ਕਹਿ ਲਓ ਜੀ, ਆਸਟ੍ਰੇਲੀਆ। ਉਹਦੇ ਵਾਸਤੇ ਜੇ ਆਪਾਂ ਵਿਜ਼ਟਰ ਦੀ ਗੱਲ ਕਰੀਏ, ਕਿਉਂਕਿ ਕਹਿੰਦੇ ਆ ਇੰਡੀਆ ਦਾ ਮੌਸਮ ਜਮਾ ਪੁੱਠਾ ਹੈ, ਆਪਣੇ ਸਰਦੀ ਤੇ ਉੱਥੇ ਗਰਮੀ ਆ, ਉੱਥੇ ਸੀਨ ਚੱਲਦਾ, ਤੇ ਆਸਟ੍ਰੇਲੀਆ ਦੇ ਜੇ ਆਪਾਂ ਵਿਜ਼ਟਰ ਤੇ ਜਾਣਾ ਹੋਵੇ ਉਹਦੇ ਵਾਸਤੇ ਕੰਡੀਸ਼ਨਾਂ ਕੀ ਨੇ? ਭਾਜੀ ਇੱਕ ਛੋਟੀ ਜਿਹੀ ਨੂੰ ਮਿਥ ਵੀ ਕਹਿ ਸਕਦੇ ਹਾਂ ਆਪਾਂ, ਹੈਨਾ, ਕਿ ਆਸਟ੍ਰੇਲੀਆ ਦਾ ਜਿਹੜਾ এনवायरमेंट ਆ ਥੋੜਾ ਜਿਹਾ ਅਨਫੇਵਰੇਬਲ ਆ ਪੰਜਾਬੀਜ਼ ਨੂੰ ਲੈ ਕੇ, ਬਟ ਕੁਝ ਥਾਵਾਂ ਇਦਾਂ ਦੀਆਂ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਬਹੁਤ ਹੀ ਜ਼ਿਆਦਾ ਫੇਵਰੇਬਲ ਨੇ ਪੰਜਾਬੀਜ਼ ਲਈ। ਠੀਕ ਹੈ ਜੀ, ਜਿਹਨੂੰ ਆਪਾਂ ਨਿਊ 골ਡ ਕੋਸਟ ਵੀ ਕਹਿੰਦੇ ਆ। ਸੋ ਉਹ ਜਗ੍ਹਾ ਵੀ ਬਹੁਤ ਜ਼ਿਆਦਾ 골ਡ ਕੋਸਟ ਹੈ ਤੇ ਉਹ 골ਡ ਵਾਲੀ ਜਗ੍ਹਾ ਹੈ ਜੀ, ਇੱਕ ਵਾਰੀ ਦੇਖਣ ਵਾਲੀ ਜਗ੍ਹਾ ਹੈ ਜੀ। ਪਲੱਸ ਜੇ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ, ਉੱਥੇ ਆਪਣੀ ਜਿਹੜੀ ਇਨਵੀਟੇਸ਼ਨ ਆ ਉਹ ਆਪਾਂ ਫਰੈਂਚ ਦੇ ਰਾਹੀਂ ਵੀ ਮੰਗਾ ਸਕਦੇ ਹਾਂ। ਮੈਂ ਇਸ ਗੱਲ ਨੂੰ ਫਿਰ ਅਸੀਂ ਅਵੋਇਡ ਕਰਦੇ ਹਾਂ, ਸਾਡੀ ਕੰਪਨੀ, ਕਿ ਅਸੀਂ ਉੱਥੇ ਹੋਟਲ ਬੁਕਿੰਗ ਐਂਡ ਰਿਜ਼ਰਵੇਸ਼ਨਸ ਨਹੀਂ ਕਰਾਉਂਦੇ। ਅਸੀਂ ਤੁਹਾਡੇ ਉਧਰ ਫਰੈਂਚ ਨੇ, ਅਸੀਂ ਤੁਹਾਡੀ ਫਾਈਲ ਲਾਂਗੇ, ਤੁਹਾਡੇ ਉਧਰ ਕਜ਼ਨ ਨੇ, ਬ੍ਰਦਰ ਨੇ, ਕੋਈ ਬਲੱਡ ਰਿਲੇਟਿਵ ਆ, ਅਸੀਂ ਤੁਹਾਡੀ ਫਾਈਲ ਲਾਂਗੇ। ਠੀਕ ਹੈ। ਹਾਂਜੀ, ਇਨਵੀਟੇਸ਼ਨ ਔਨ ਦਾ ਬੇਸਿਸ ਆਫ ਹੋਟਲ ਰਿਜ਼ਰਵੇਸ਼ਨ ਨਹੀਂ ਜੀ, ਅਸੀਂ ਨਹੀਂ ਲੈਂਦੇ। ਠੀਕ ਹੈ, ਮਤਲਬ ਆਸਟ੍ਰੇਲੀਆ ਵਾਸਤੇ ਚਾਹੇ ਫਰੈਂਡ ਹੀ ਹੋਵੇ ਲੇਕਿਨ ਇਨਵੀਟੇਸ਼ਨ ਜ਼ਰੂਰੀ ਹੈ। ਬਿਲਕੁਲ। ਠੀਕ ਹੈ। ਕੈਨੇਡਾ ਵਾਸਤੇ ਜਿਹੜੇ ਤੁਹਾਡੇ ਕਜ਼ਨਸ ਨੇ
ਉਹ ਬਲੱਡ ਰਿਲੇਸ਼ਨ ਨੇ ਜਾਂ ਕਜ਼ਨ ਨੇ ਉਹ ਜ਼ਰੂਰੀ ਹੈ ਤੇ ਯੂਐਸ ਵਾਸਤੇ ਉਹ ਜ਼ਰੂਰੀ ਨਹੀਂ ਹੈਗਾ। ਉੱਥੇ ਤੁਸੀਂ ਹੋਟਲ ਬੁਕਿੰਗ ਤੇ ਕਰ ਸਕਦੇ ਹੋ। ਪਰ ਨਾਲ ਨਾਲ ਆਪਾਂ ਗੱਲ ਕਰਦੇ ਹਾਂ ਕਿ ਲੇਮੈਨ ਆਪਾਂ ਗੱਲਾਂ ਸੁਣਦੇ ਆ, ਕਹਿੰਦੇ ਜੀ ਯੂਐਸ ਵਾਸਤੇ ਤਾਂ ਨਾ ਜੀ 10-10 ਮਹੀਨੇ 12-12 ਮਹੀਨੇ ਲੰਬੀ ਲਾਈਨ ਲੱਗੀ ਹੋਈ ਹੈ, ਜੇ ਤੁਸੀਂ ਵੀਜ਼ਾ ਅਪਲਾਈ ਕਰਨਾ ਤਾਂ ਤੁਹਾਨੂੰ ਜਿਹੜਾ ਰਿਜ਼ਲਟ ਹੈ ਉਹਦਾ 1 ਸਾਲ ਉਡੀਕਣਾ ਪੈਣਾ। ਇਹ ਗੱਲ ਕਿੰਨੀ ਸੱਚ ਹੈ ਭਾਜੀ? ਜੇ ਆਪਾਂ ਸਟੂਡੈਂਟ ਵੀਜ਼ੇ ਦੀ ਗੱਲ ਕਰਦੇ ਹਾਂ ਤੇ ਇਹ ਗੱਲ ਬਿਲਕੁਲ ਵੀ ਸੱਚ ਨਹੀਂ ਹੈਗੀ। ਸਾਡੇ ਹੁਣੇ ਰੀਸੈਂਟਲੀ ਕੁਝ 10 ਸਟੂਡੈਂਟਸ ਇਦਾਂ ਦੇ ਸੀਗੇ ਜਿਨ੍ਹਾਂ ਨੂੰ ਸਿਰਫ 2-3 ਦਿਨ ਦੇ ਗੈਪ ਦੇ ਉੱਤੇ ਇੰਟਰਵਿਊਜ਼ ਦੀ ਸਲੋਟ ਮਿਲੀ ਯੂਐਸ ਦੀਆਂ ਸਟੂਡੈਂਟ ਵੀਜ਼ੇ ਵਿੱਚ ਸਿਰਫ 2 ਤੋਂ 4 ਦਿਨ ਦੇ ਗੈਪ 'ਚ। ਵਾਹ ਜੀ ਵਾਹ। ਅੱਛਾ, ਹੁਣ ਜੇ ਆਪਾਂ ਗੱਲ ਕਰਦੇ ਹਾਂ ਜੀ ਟੂਰਿਸਟ ਵੀਜ਼ੇ ਦੀ, ਤੇ ਇਹ ਗੱਲ ਬਿਲਕੁਲ ਸੱਚੀ ਹੈ ਜੀ। ਕਿਸੇ ਕਲਾਇੰਟ ਨੂੰ 1-1 ਸਾਲ ਦਾ ਗੈਪ ਮਿਲ ਰਿਹਾ, ਕਿਸੇ ਨੂੰ 6, ਕਿਸੇ ਨੂੰ 3, ਮਿਲਣ ਵਾਲਿਆਂ ਨੂੰ 15 ਦਿਨ ਦਾ ਮਿਲ ਰਿਹਾ। depending on the profile maybe, yes, depending on the profile and the decision of embassy, ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਤੁਹਾਡੀ ਪ੍ਰੋਫਾਈਲ ਦੇਖ ਕੇ ਤੁਹਾਨੂੰ ਕਦੋਂ ਇੰਟਰਵਿਊ ਸਲੋਟ ਦੇਣਾ ਉਹਨਾਂ ਦੇ ਹੱਥ ਹੈ। ਬਿਲਕੁਲ ਠੀਕ ਹੈ। ਸੋ ਦਰਸ਼ਕੋ, ਇਹ ਸਨ ਪਾਰਸ ਮਲਹੋਤਰਾ ਪਾਥਵੇ ਇਮੀਗ੍ਰੇਸ਼ਨ ਤੋਂ, ਜਿਹੜੇ ਕੈਨੇਡਾ ਭੇਜਣ ਵਿੱਚ ਸਟੂਡੈਂਟਸ ਨੂੰ ਉੱਥੇ ਉਹਨਾਂ ਦਾ ਅਰਮਾਨ ਪੂਰੇ ਕਰਨ 'ਚ ਤਾਂ ਕਾਫੀ ਮਸ਼ਹੂਰ ਨੇ। ਪਰ ਨਾਲ ਨਾਲ ਅੱਜ ਇਹਨੇ ਖਾਸ ਤੌਰ ਤੇ ਦੱਸਿਆ ਕਿ ਤੁਸੀਂ ਯੂਐਸ ਵਾਸਤੇ ਜੇ ਘੁੰਮਣ ਫਿਰਨ ਜਾਣਾ ਹੈ ਤਾਂ ਇਹਨਾਂ ਕੋਲ ਆ ਸਕਦੇ ਹੋ, ਤੁਹਾਨੂੰ ਪੂਰਾ ਗਾਈਡ ਕਰਨਗੇ, ਤੁਹਾਨੂੰ ਹੈਲਪ ਕਰਨਗੇ ਵੀਜ਼ਾ ਦਿਵਾਉਣ ਦੇ ਵਿੱਚ। ਕਿਉਂਕਿ ਕਿਤੇ ਨਾ ਕਿਤੇ ਯੂਐਸ ਦਾ ਜਿਹੜਾ ਇੰਟਰਵਿਊ ਬੇਸਡ ਵੀਜ਼ਾ ਹੁੰਦਾ ਹੈ, ਲੇਕਿਨ ਉਹਦੀ ਫਾਈਲਿੰਗ ਪ੍ਰੋਪਰ ਕਿਵੇਂ ਹੁੰਦੀ ਹੈ, ਜਿਹੜਾ ਉਹਦਾ ਫਾਰਮ ਹੁੰਦਾ ਹੈ ਉਹ ਕਿਵੇਂ ਭਰਨਾ ਹੈ, ਤੁਹਾਡੇ ਗਰਾਊਂਡਸ ਕਿਵੇਂ ਹੋਣੇ ਚਾਹੀਦੇ ਨੇ, ਤੁਹਾਡਾ ਪੈਸਾ 1 ਦਿਨ ਪਹਿਲਾਂ ਵੀ ਹੋਊਗਾ ਤਾਂ ਉਹ ਵੀ ਚੱਲੂਗਾ। ਲੇਕਿਨ ਯਾਦ ਰੱਖਣਾ, ਇਹ ਬਿਨਾਂ ਇਨਵੀਟੇਸ਼ਨ ਤੁਸੀਂ ਕਰ ਸਕਦੇ ਹੋ। ਪਰ ਜੇ ਕੈਨੇਡਾ ਤੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉੱਥੇ ਇਨਵੀਟੇਸ਼ਨ ਚਾਹੀਦੀ ਹੈ। ਕੈਨੇਡਾ ਵਿੱਚ ਤਾਂ ਤੁਹਾਡਾ ਬਲੱਡ ਰਿਲੇਸ਼ਨ ਜਾਂ ਕਜ਼ਨ ਹੋਣਾ ਜ਼ਰੂਰੀ ਹੈ। ਤੇ ਨਾਲ ਪਰ ਜੇ ਆਪਾਂ ਗੱਲ ਕਰੀਏ, ਜਿਹੜੀ ਇਨਵੀਟੇਸ਼ਨ ਇਹ ਆਉਂਦੀ ਹੈ ਕੈਨੇਡਾ ਤੋਂ, ਇਹ ਜਿਵੇਂ ਕੋਈ ਸੁੱਖ ਦੁੱਖ ਹੁੰਦੇ ਆ, ਜਿਵੇਂ ਕੋਈ ਤਿਉਹਾਰ ਮਨਾ ਰਹੇ, ਕੋਈ ਵਿਆਹ ਸ਼ਾਦੀਆਂ, ਇਹ ਉਹੀ ਇਨਵੀਟੇਸ਼ਨ ਜਿਹੜੇ ਹੁੰਦੇ ਨੇ ਸਾਂਭੇ ਜਾਂਦੇ ਆ ਕਿ ਇਹ ਕੋਈ ਆਪਾਂ ਵੈਸੇ ਵੀ ਇਨਵਾਈਟ ਫ੍ਰੈਂਡਲੀ ਬੇਸ ਤੇ ਭੇਜ ਸਕਦੇ ਕੁਛ ਹੈ ਜਾਂ? ਭਾਜੀ ਬੇਸਿਕਲੀ ਇਨਵੀਟੇਸ਼ਨ ਲੈਟਰ ਦਾ ਮਤਲਬ ਸਿਰਫ ਇੱਕ ਡਾਕੂਮੈਂਟ ਹੈ, ਡਾਕੂਮੈਂਟ ਹੈ ਜਿਹੜਾ ਨਾਲ ਲੱਗਣਾ ਹੈ ਉਹਦਾ। ਜੇ ਆਪਾਂ ਕਹਿੰਦੇ ਆ ਇਨਵੀਟੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਟੂ ਗੈਟ ਅ ਵੀਜ਼ਾ, ਹੋ ਵੀ ਸਕਦਾ ਨਹੀਂ ਵੀ ਹੋ ਸਕਦਾ, ਬਟ ਅਸੀਂ ਐਮਬੈਸੀ ਦੇ ਬੇਸਿਸ ਦੇ ਉਹ ਡਿਸੀਜਨ ਲੈ ਸਕਦੇ ਹਾਂ। ਇਨਵੀਟੇਸ਼ਨ ਮੈਜੋਰਿਟੀ ਆਉਂਦਾ ਹੈ ਜਾਂ ਉਹ ਦਸੰਬਰ ਦੇ ਵਿੱਚ, ਜਿਹਨੂੰ ਆਪਾਂ ਕ੍ਰਿਸਮਸ ਕਹਿੰਦੇ, ਨਿਊ ਈਅਰ ਕਹਿੰਦੇ ਆ, ਉਹਦੇ ਬੇਸਿਸ ਤੇ, ਜਾਂ ਕਿਸੇ ਦੀ ਉੱਥੇ ਬਰਥਡੇ ਹੈ, ਜਾਂ ਕਿਸੇ ਦੀ ਉੱਥੇ ਡੈਥ ਸੈਰੇਮਨੀ ਹੈ। ਡੈਥ ਸੈਰੇਮਨੀਜ਼ ਦੇ ਵਿੱਚ ਐਮਰਜੈਂਸੀ ਵੀਜ਼ਾ ਗਵਰਨਮੈਂਟ ਦਿੰਦੀ ਹੈ, ਔਨ ਦ ਸਪੌਟ ਤੁਹਾਡੀ ਇੰਟਰਵਿਊ ਲਈ ਜਾਂਦੀ ਹੈ, ਤੁਹਾਨੂੰ ਔਨ ਦ ਸਪੌਟ ਵੀਜ਼ਾ ਗ੍ਰਾਂਟ ਕੀਤੇ ਜਾਂਦਾ, ਔਨ ਦ ਸਪੌਟ ਹੀ ਉਹ ਚਾਹੁੰਦੇ ਨੇ ਕਿ ਤੁਸੀਂ ਟਿਕਟ ਲਓ, ਰਾਈਟ ਅਵੇ ਅਪਲਾਈ ਕਰ ਦਿਓ। ਠੀਕ ਹੈ। ਸੋ ਕੁਝ ਇੱਕ ਰੀਸੈਂਟਲੀ ਸਾਡੇ ਕੋਲ ਇੱਕ ਕਲਾਇੰਟ ਆਇਆ, ਦਿਲ ਦੀ ਗੱਲ ਸਾਂਝੀ ਕਰਦੇ। ਸੋ ਉਹਦੀ ਇੰਟਰਵਿਊ ਹੋਈ ਸੀਗੀ, ਔਨ ਦ ਸਪੌਟ ਉਹਨੇ ਟਿਕਟ ਲਈ, ਔਨ ਦ ਸਪੌਟ ਹੀ ਉਹਨੇ ਫਲਾਈ ਕਰ ਲਿਆ। ਦਿੱਲੀ ਐਮਬੈਸੀ ਵਾਲਿਆਂ ਨੇ ਉਹਨਾਂ ਨੂੰ ਉੱਥੇ ਦੇਖਿਆ ਤੇ ਉਹਨੂੰ ਔਨ ਦ ਸਪੌਟ ਹੀ ਫਲਾਈ ਕਰਨ ਲਈ ਕਹਿਤਾ। ਠੀਕ ਹੈ। ਸੋ ਉਹਦੇ ਵਿੱਚ ਸਰਕਮਸਟੈਂਸ ਨੇ ਇਹ ਵੈਰੀ ਕਰਦੇ ਆ ਫਰਮ ਪਰਸਨ ਟੂ ਪਰਸਨ। ਸੋ ਦਰਸ਼ਕੋ, ਜੇ ਤੁਸੀਂ ਵੀ ਚਾਹੁੰਦੇ ਹੋ ਹੁਣ ਆਉਣ ਵਾਲੀ ਸਰਦੀਆਂ ਦੇ ਵਿੱਚ, ਆਉਣ ਵਾਲੇ ਤਿਉਹਾਰਾਂ ਦੇ ਮੌਸਮ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ, ਜੇ ਤੁਸੀਂ ਯੂਐਸ ਘੁੰਮਣਾ ਚਾਹੁੰਦੇ ਹੋ ਤਾਂ ਜੀ ਹਾਂ, ਤੁਹਾਡੇ ਕੋਲ ਉੱਥੇ 1 ਦਿਨ ਪੁਰਾਣੇ ਫੰਡਸ ਵੀ ਚੱਲਣਗੇ। ਬਹੁਤ ਵੱਡਾ ਵਾ ਯੂਨਾਈਟਿਡ ਸਟੇਟਸ ਆਫ ਅਮਰੀਕਾ, ਆਪਣਾ ਪਿਆਰ ਨਾਲ ਅਮਰੀਕਾ ਆਪਾਂ ਕਹਿੰਦੇ ਆ। ਨਾਲ ਜੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਉੱਥੇ ਵੀ ਘੁੰਮ ਸਕਦੇ ਹੋ, ਲੇਕਿਨ ਉੱਥੇ ਇਨਵੀਟੇਸ਼ਨ ਜ਼ਰੂਰੀ ਹੈ, ਕਿਉਂਕਿ ਇਨਵੀਟੇਸ਼ਨ ਤੋਂ ਪਤਾ ਲੱਗ ਜਾਂਦਾ ਕਿ ਜਿਹੜਾ ਤੁਹਾਨੂੰ ਬੁਲਾ ਰਿਹਾ ਉਹਦਾ ਤੁਹਾਡੇ ਨਾਲ ਰਿਲੇਸ਼ਨ ਕਿਹੋ ਜਿਹਾ। ਤੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਤੁਹਾਡੇ ਜਿਹੜੇ ਯਾਰ ਦੋਸਤ ਨੇ ਉਹ ਵੀ ਇਨਵਾਈਟ ਕਰ ਸਕਦੇ ਆ। ਪਰ ਕਿਤੇ ਨਾ ਕਿਤੇ ਤੁਹਾਨੂੰ ਜਦੋਂ ਵੀ ਫਾਈਲਿੰਗ ਕਰਨੀ ਹੈ ਤੇ ਬਾਹਰ ਜਾਣਾ ਤਾਂ ਤੁਹਾਨੂੰ ਇੱਕ ਸਿਆਣੇ ਇਮੀਗ੍ਰੇਸ਼ਨ ਐਕਸਪਰਟ ਦੀ ਹਮੇਸ਼ਾ ਲੋੜ ਹੁੰਦੀ ਹੈ, ਤੇ ਸਾਡੇ ਨਜ਼ਰ ਨੇ ਉਹ ਪਾਰਸ ਮਲਹੋਤਰਾ ਫਰਮ ਲੁਧਿਆਣਾ ਪਾਥਵੇ ਇਮੀਗ੍ਰੇਸ਼ਨਸ। ਸੋ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਓਕੇ ਭਾਜੀ।